ਈਵਨ ਕਲਾਸ ਬੜੀ ਚੰਗੀ ਹੋਵੇ, ਇੰਟਰਸਟਿੰਗ ਹੋਵੇ, ਸਭ ਤੋਂ ਇੰਪੋਰਟੈਂਟ ਪਤਾ ਕੀ ਆ, ਮੈਂ ਇਹ ਚੀਜ਼ ਦੀ ਜ਼ਿੰਮੇਵਾਰੀ ਲੈਣਾ ਹੁੰਦਾ ਤੁਹਾਡੇ ਅੱਗੇ, ਜਿਹੜੀ ਚੀਜ਼ ਮੈਂ ਤੁਹਾਨੂੰ ਕਲਾਸ ਦੇ ਵਿੱਚ ਪੜ੍ਹਾ ਰਿਹਾ, ਲੌਜੀਕਲੀ ਸਿਖਾ ਰਿਹਾ, ਇਹ ਤਾਂ ਟੈਕਨੀਕ ਹੈ, ਛੋਟੀ ਜਿਹੀ ਗੱਲ, ਨੌਲੇਜ ਨਹੀਂ ਹੈਗੀ। ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਅੱਜ ਦਾ ਜਿਹੜਾ ਟੌਪਿਕ ਹੈ ਇਹਦਾ ਨਾਮ ਹੈ ਅਲਟਰਨੇਟਿਵ ਮੈਡੀਸਿਨ ਇਨ ਆਸਟ੍ਰੇਲੀਆ। ਆਸਟ੍ਰੇਲੀਆ ਮੈਨੂੰ ਪਤਾ ਲੱਗ ਗਿਆ ਕਿ ਕਿਸੇ ਕੰਟਰੀ ਦਾ ਨਾਮ ਹੈ, ਮੈਡੀਸਿਨ ਮੈਨੂੰ ਪਤਾ ਲੱਗ ਗਿਆ ਦਵਾਈਆਂ, ਤੇ ਅਲਟਰਨੇਟ ਹੁੰਦਾ ਹੈ ਜਿਵੇਂ ਇਹਦੀ ਜਗ੍ਹਾ ਤੇ ਕੋਈ ਹੋਰ ਚੀਜ਼, ਮਤਲਬ ਇਸ ਚੀਜ਼ ਦੀ ਜਗ੍ਹਾ ਤੇ ਕੋਈ ਹੋਰ ਚੀਜ਼ ਹੋ ਗਿਆ, ਉਹਦਾ ਅਲਟਰਨੇਟ ਹੋ ਗਿਆ ਵੀ ਕੀ ਆਪਾਂ ਬਦਲ ਕੇ ਯੂਜ਼ ਕਰ ਸਕਦੇ ਹਾਂ। ਠੀਕ ਆ, ਹੁਣ ਸਿੰਪਲ ਜੀ ਗੱਲ ਕੀ ਹੈ, ਆਪਣੇ ਕੋਲੇ ਕੁਐਸਚਨ ਨੇ ਯੈਸ ਨੋ ਤੇ ਨਾਟ ਗਿਵਨ, ਭਾਵੇਂ ਪੇਪਰ 'ਚ ਤੁਸੀਂ ਇਹਨੂੰ ਟਰੂ ਫਾਲਸ ਦੇ ਰੂਪ 'ਚ ਦੇਖੋ, ਭਾਵੇਂ ਪੇਪਰ 'ਚ ਤੁਸੀਂ ਇਹਨੂੰ ਯੈਸ ਨੋ ਦੇ ਰੂਪ 'ਚ ਦੇਖੋ, ਮੈਂ ਗਾਰੰਟੀ ਦਿੰਨਾ ਕਿ ਐਗਜ਼ਾਮ ਦੇ ਵਿੱਚ ਇਹ ਆਉਣਗੇ, ਜ਼ਿਆਦਾ ਨਹੀਂ ਤਾਂ 1.5 ਬੈਂਡ 2 ਬੈਂਡ ਤੁਹਾਡੇ ਇਹਦੇ ਆਣਗੇ। ਹੁਣ ਤੁਹਾਨੂੰ ਮੈਂ ਕਹਿਣਾ ਕੀ ਚਾਹੁੰਦਾ ਕਿ ਲੌਜਿਕ ਕੀ ਹੈ, ਦੇਖੋ ਕੁਐਸਚਨ ਮੇਰੇ ਕੋਲੇ ਆ ਰਹੇ, ਟੋਟਲ ਕਿੰਨੇ ਨੇ, ਅਪਰੋਕਸੀਮੇਟਲੀ 16 ਤੋਂ ਲੈ ਕੇ 21 ਕੁਐਸਚਨ ਨੇ, ਬੜੇ ਆਰਾਮ ਨਾਲ। ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇੱਕ ਲੌਜਿਕ ਦੇਣਾ ਚਾਹੁੰਦਾ, ਲੌਜਿਕ ਇਹ ਹੈ, ਸਟੇਟਮੈਂਟ ਕੀ ਕਹਿੰਦੀ ਆ ਕਿ ਯੈਸ ਨੋ ਜਾਂ ਨਾਟ ਗਿਵਨ, ਯੈਸ ਨੋ ਜਾਂ ਨਾਟ ਗਿਵਨ। ਦੇਖੋ ਕੋਈ ਇਹ ਤਾਂ ਹੈ ਨਹੀਂਗਾ ਕਿ ਬਹੁਤ ਕਿਲੋਮੀਟਰਸ ਦਾ ਡਿਫਰੈਂਸ ਹੋਊਗਾ ਆਨਸਰ 'ਚ, ਆਨਸਰ ਤਾਂ ਇੱਕ ਸ਼ਬਦ ਨਾਲ ਚੇਂਜ ਹੋ ਜਾਊਗਾ, ਇੱਕ ਅੱਖਰ ਉੱਪਰ ਹੋਇਆ ਭਾਵੇਂ ਯੈਸ ਹੋ ਗਿਆ, ਇੱਕ ਅੱਖਰ ਨੀਵਾ ਹੋ ਗਿਆ ਤਾਂ ਨੋ ਹੋ ਗਿਆ। ਮਤਲਬ ਮੈਟਰ ਕਰਦਾ ਹੈ ਕਿ ਤੁਹਾਨੂੰ ਇੱਕ ਇੱਕ ਅੱਖਰ ਕਲੈਰਿਟੀ 'ਚ ਰੱਖਣਾ ਪਊਗਾ। ਮੈਂ ਅਗੇਨ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ 'ਚ ਐਵੇਂ ਦੀਆਂ ਮਿਲਣਗੀਆਂ ਜਿਹਦੀ ਸਾਡੇ ਕੋਲੇ ਵੋਕੈਬਲਰੀ ਨਹੀਂ ਹੋਊਗੀ, ਜਿਹਦੇ ਬਾਰੇ ਨਾ ਤੁਹਾਨੂੰ ਕਦੇ ਸੁਣਿਆ ਹੋਊਗਾ ਨਾ ਮੈਨੇ ਕਦੇ ਸੁਣਿਆ ਹੋਊਗਾ, ਟਿਲ ਫਿਰ ਵੀ ਮੈਂ ਤੁਹਾਨੂੰ ਆਨਸਰ ਐਕੂਰੇਟ ਕੱਢ ਕੇ ਦੇਵਾਂਗਾ। ਦਿਸ ਇਜ਼ ਮਾਈ ਕਲਾਸ। ਜੇ ਇਸ ਕਲਾਸ ਦਾ ਆਪਾਂ ਕਹਿੰਦੇ ਨਾ ਵੀ ਪੂਰਾ ਨਿਚੋੜ ਕੱਢ ਕੇ ਲੈ ਕੇ ਜਾਣਾ ਹੈ, ਤੁਹਾਨੂੰ ਲੱਗੇ ਵੀ ਹਾਂ ਸਾਨੂੰ ਫਾਇਦਾ ਹੋ ਰਹੇਗਾ, ਤਾਂ ਇੱਕ ਗੱਲ ਦਿਮਾਗ 'ਚ ਰੱਖ ਲਿਓ, ਭਾਵੇਂ ਯੈਸ ਨੋ ਹੈ, ਭਾਵੇਂ ਟਰੂ ਫਾਲਸ ਹੈ, ਦੋਨਾਂ 'ਚ ਟੈਕਨੀਕ ਸੇਮ ਹੈ, ਤਰੀਕਾ ਸੇਮ ਹੈ। ਬਿਲਕੁਲ ਮੈਚ ਕਰ ਗਿਆ ਤਾਂ ਯੈਸ ਹੈ, ਬਿਲਕੁਲ ਆਪੋਜ਼ਿਟ ਹੋ ਗਿਆ ਤਾਂ ਨੋ ਹੈ, ਨਾਟ ਗਿਵਨ। ਹੁਣ ਬੜੇ ਬੱਚਿਆਂ ਨੂੰ ਨਾ ਇਹ 'ਚ ਬੜੀ ਪ੍ਰੋਬਲਮ ਹੈ, ਸਰ ਨੋ ਤੇ ਨਾਟ ਗਿਵਨ 'ਚ ਦਿੱਕਤ ਆ ਜਾਂਦੀ ਹੈ। ਮੈਂ ਕਲੈਰਿਟੀ ਕਰਾਉਂਗਾ, ਜਿੰਨੇ ਕੁਐਸਚਨ ਪੜਾਉਂਗਾ ਹਰ ਇੱਕ ਕੁਐਸਚਨ ਤੇ ਤੁਹਾਨੂੰ ਇਹ ਕਹੂੰਗਾ ਵੀ ਸੈਟੀਸਫੈਕਸ਼ਨ ਜਦੋਂ ਹੋਊਗੀ ਫਿਰ ਅੱਗੇ ਤੁਰਾਂਗੇ। ਲਓ ਜੀ ਸ਼ੁਰੂ ਕਰਦੇ ਹਾਂ ਇੱਕ ਇੱਕ ਅੱਖਰ ਨੂੰ ਕਲੈਰਿਟੀ ਨਾਲ। ਤੇ ਸਭ ਤੋਂ ਵੱਡੀ ਗੱਲ, ਜਦੋਂ ਆਨਸਰ ਲਾਉਣੇ ਨੇ ਨਾ, ਜਦੋਂ ਆਪਾਂ ਆਪਣੇ ਰੀਅਲ ਆਨਸਰ ਸ਼ੀਟ ਤੇ ਆਨਸਰ ਤਾਰਾਂਗੇ, YES ਤਿੰਨੇ ਵੱਡੇ ਅੱਖਰ ਨੇ, ਕੈਪੀਟਲ ਅੱਖਰ ਜਿਨ੍ਹਾਂ ਨੂੰ ਕਹਿੰਦੇ ਆ, ਮਤਲਬ ਛੋਟੇ ਨਹੀਂ, Y ਵੱਡੀ ਪਾ ਕੇ E ਛੋਟਾ S ਛੋਟਾ ਨਾ। ਨਾਟ ਗਿਵਨ 'ਚ ਬੜੇ ਬੱਚੇ NG ਪਾ ਦਿੰਦੇ ਨੇ ਨਾ, ਆਪਣੇ ਕੋਲੇ ਨਾਟ ਗਿਵਨ ਹੈ ਐਵੇਂ ਪਾਉਣਾ ਹੈ, ਯੈਸ ਨੋ ਵੀ ਐਵੇਂ ਪਾਉਣੇ ਆ। ਚਲੋ ਫਸਟ ਕੁਐਸਚਨ ਨੂੰ ਆਪਾਂ ਹਿੱਟ ਕਰਦੇ ਆਂ, ਫਿਰ ਜਿਵੇਂ ਜਿਵੇਂ ਤੁਹਾਡਾ ਹੁਕਮ ਹੋਇਆ ਉਵੇਂ ਉਵੇਂ ਮੈਂ ਆਪਣੀ ਮਰਜ਼ੀ ਨਾਲ ਚੱਲੀ ਜਾਵਾਂ। ਲਾਈਕ क्वेश्चन है कि ना Australians have been turning to alternative therapies in increasing numbers over the past 20 years। मतलब बड़े आराम नाल, कोई चक्कर नहीं, बड़िया नूं ट्रांसलेशन पहली बार च क्लैरिटी ते नहीं आई, मैं कराउना। ਆਪਾਂ ਨਾ ਜਦੋਂ ਮੈਨੂੰ ਇੱਕ ਮੇਰੇ ਟੀਚਰ ਨੇ ਸਿਖਾਇਆ, ਸਮ ਟਾਈਮ ਇਟ ਹੈਪਨਸ ਕਿ ਸਾਨੂੰ ਟਰਾਂਸਲੇਸ਼ਨ ਕਲੀਅਰ ਨਹੀਂ ਹੁੰਦੀ, ਸਾਨੂੰ ਹਿੰਦੀ ਪੰਜਾਬੀ ਬਣਾਉਣੀ ਨਹੀਂ ਆਉਂਦੀ, ਕੋਈ ਨਾ ਖੜ ਜਾਓ, ਐਡਾ ਕਿਤੇ ਕੋਈ ਗੱਲ ਤੇ ਆਰਾ ਨਹੀਂ ਰੱਖਿਆ, ਬੜੇ ਆਰਾਮ ਨਾਲ ਆਪਾਂ ਇੱਕ ਚੀਜ਼ ਦੇਖ ਸਕਦੇ ਹਾਂ। ਆਪਾਂ ਨੂੰ ਪਤਾ ਲੱਗਿਆ ਵੀ ਜਿਹੜੇ ਆਸਟ੍ਰੇਲੀਅਨਸ ਨੇ, ਜਿਹੜੇ ਆਸਟ੍ਰੇਲੀਆ ਦੇ ਲੋਕ ਨੇ, ਹੈਵ ਬੀਨ ਟਰਨਿੰਗ, ਟਰਨਿੰਗ ਹੁੰਦਾ ਜਿਵੇਂ ਬਦਲਾਵ ਆਉਣਾ, ਕਿਸੇ ਚੀਜ਼ ਨੂੰ ਟਰਨ ਹੋ ਜਾਣਾ, ਬਦਲ ਜਾਣਾ। ਆਸਟ੍ਰੇਲੀਆ ਦੇ ਲੋਕ ਨੇ ਜਿਹੜੇ, ਉਹ ਟਰਨ ਕਰਕੇ ਉਹਨਾਂ ਨੂੰ ਨਾ ਕੋਈ ਅਲਟਰਨੇਟਿਵ ਥੈਰੇਪੀ ਮਿਲ ਗਈ। ਅਲਟਰਨੇਟਿਵ ਥੈਰੇਪੀ ਤੁਹਾਨੂੰ ਮੈਂ ਦੱਸਣੀ ਚਾਹੁੰਦਾ, ਜਿਵੇਂ ਨਾ ਆਪਾਂ ਅਕਸਰ ਦੇਖਦੇ ਹੁੰਦੇ ਆ, ਕਿਸੇ ਦਾ ਨੈਕ 'ਚ ਪੇਨ ਹੈ, ਕਿਸੇ ਦੇ ਬੈਕ 'ਚ ਪੇਨ ਹੈ, ਉਹ ਨਾ ਥੈਰੇਪੀਜ਼ ਕਰਵਾਉਂਦੇ ਨੇ। ਤੁਹਾਨੂੰ ਹਾਊ ਮੈਨੀ ਪੀਪਲ ਨੋ ਅਬਾਊਟ ਥੈਰੇਪੀਜ਼? ਪਤਾ ਤੁਹਾਨੂੰ ਕੀ ਹੁੰਦੇ ਨੇ? ਜਿਵੇਂ ਕਹਿੰਦੇ ਨੇ ਵੀ ਥੈਰੇਪੀਜ਼ ਨਾਲ ਉਹਦੀ ਮਸਲਸ ਵਗੈਰਾ ਠੀਕ ਹੋ ਜਾਂਦੇ ਨੇ, ਉਹ ਥੈਰੇਪੀਜ਼ ਹੁੰਦੀਆਂ ਨੇ।
ਜਿਵੇਂ ਮਾਲਿਸ਼ ਜੀ ਕਰਕੇ ਉਸ ਬੰਦੇ ਨੂੰ ਠੀਕ ਕਰਨਾ, ਉਹ ਥੈਰੇਪੀ ਹੁੰਦੀਆਂ ਨੇ, ਠੀਕ ਆ। ਤਾਂ ਜਿਹੜੇ ਆਸਟ੍ਰੇਲੀਆ ਦੇ ਲੋਕ ਨੇ ਉਹਨਾਂ ਨੇ ਕੀ ਕੀਤਾ, ਇੱਕ ਅਲਟਰਨੇਟਿਵ ਥੈਰੇਪੀਜ਼ ਨੂੰ ਚੂਜ਼ ਕਰ ਲਿਆ ਬਹੁਤ ਵੱਡੇ ਨੰਬਰ ਤੇ, ਇਨਕਰੀਜ਼ਿੰਗ ਨੰਬਰ, ਬਹੁਤ ਜ਼ਿਆਦਾ ਆਸਟ੍ਰੇਲੀਆ ਦੇ ਲੋਕਾਂ ਨੇ ਅਲਟਰਨੇਟਿਵ ਥੈਰੇਪੀ ਨੂੰ ਯੂਜ਼ ਕਰ ਲਿਆ ਪਿਛਲੇ 20 ਸਾਲਾਂ ਤੋਂ। ਜੇ ਐਂਸਰ ਲੱਭਣਾ ਹੈ ਤੇ ਐਂਸਰ 'ਚ ਸ਼ੋਰਿਟੀ ਹੈ, ਕੁਝ ਨਹੀਂ ਚਾਹੀਦਾ। ਮੈਨੂੰ ਪਤਾ ਕੀ ਚਾਹੀਦਾ, ਜਿਹਦੇ 20 ਈਅਰ, ਕਿਉਂਕਿ ਨੂਮੈਰੀਕਲ ਨੰਬਰ ਹੈ। ਸਭ ਤੋਂ ਸੌਖਾ ਤੇ ਆਸਾਨ ਤਰੀਕਾ ਇਹ ਹੈ, ਜਿੱਥੇ ਤੁਹਾਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਨੰਬਰ ਨਹੀਂ ਹੁੰਦੇ, ਨੰਬਰ 1990, 15% ਨੰਬਰ, ਮੈਂ ਜਾਊਂਗਾ 20 ਈਅਰ ਤੇ, ਫਿਰ ਮੈਂ ਦੇਖੂੰਗਾ ਕਿ ਆਸਟ੍ਰੇਲੀਆ ਦੇ ਬਹੁਤ ਜ਼ਿਆਦਾ ਨੰਬਰ ਦੇ ਵਿੱਚ ਜਿਹੜੇ ਲੋਕ ਨੇ ਕਿ ਉਹਨਾਂ ਨੇ ਅਲਟਰਨੇਟਿਵ ਥੈਰੇਪੀ ਹੈ ਜਿਹੜੀ ਉਹਨੂੰ ਵਰਤਣਾ ਸ਼ੁਰੂ ਕਰਤਾ। ਤਾਂ ਸਭ ਤੋਂ ਸੌਖਾ ਤਰੀਕਾ ਕੀ ਹੈ, 20 ਈਅਰਸ। ਜਦੋਂ ਮੈਂ 20 ਈਅਰ ਤੇ ਪੁੱਤ ਆਇਆ ਤਾਂ ਜ਼ਿਆਦਾ ਦੂਰ ਨਹੀਂ ਜਾਂਦੇ ਆਪਾਂ, 20 ਕਿੱਥੇ ਆ ਗਿਆ, ਆ ਰਿਹਾ, ਆਰਾਮ ਨਾਲ ਦੇਖੋ, ਆ ਪਿਆ ਪੁੱਤ 20 ਈਅਰਸ। ਮੈਂ ਕੁਛ ਵੀ ਨਹੀਂ ਕੀਤਾ, ਤੁਹਾਡੇ ਸਾਹਮਣੇ ਹੈ। ਇਜ਼ ਇਟ ਓਕੇ? ਪਹਿਲਾਂ 20 ਈਅਰਸ ਆ ਪਿਆ, ਤੇ ਸ਼ੁਰੂ ਕਿੱਥੋਂ ਹੋ ਰਿਹਾ, ਇੱਥੋਂ। ਮਤਲਬ ਮੈਂ ਤੁਹਾਨੂੰ ਗਾਰੰਟੀ ਦਿੰਦਾ, ਆ ਜਿੱਥੇ ਆ ਰੈੱਡ ਸਰਕਲ ਮੈਨੇ ਲਾਇਆ ਨਾ, ਇੱਥੇ ਤੋਂ ਲੈ ਕੇ ਆ ਸਰਕਲ, ਸੋਨੀ ਸਰ ਇਹਨੂੰ ਚੈੱਕ ਵੀ ਕਰਵਾ ਦਿਓ ਇੱਕ ਵਾਰ, ਇੱਥੋਂ ਵੀ ਜਿੱਥੇ ਮੈਨੇ ਆ ਇੰਨਾ ਕਲਾ ਇੰਨਾ ਕੈਂਸਰ ਹੈ, ਤੇ ਐਂਸਰ 'ਚ ਮੈਂ ਕਲੈਰਿਟੀ ਇੰਨੀ ਪਾ ਦੂੰਗਾ ਨਾ, ਤੁਹਾਨੂੰ ਫੀਲ ਕਰਵਾ ਕੇ ਦਿਖਾਉਣਾ। ਇਹ ਕਹਿੰਦਾ ਜਿਹੜੀ ਡਿਸ ਐਨਹਾਂਸਮੈਂਟ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਡਿਸ ਐਨਹਾਂਸਮੈਂਟ ਮਤਲਬ ਡਿਸਸੈਟਿਸਫੈਕਸ਼ਨ। ਡਿਸ ਐਨਹਾਂਸਮੈਂਟ ਹੁੰਦਾ ਹੈ ਡਿਸਸੈਟਿਸਫੈਕਸ਼ਨ, ਜਿਹੜੇ ਲੋਕ ਸੈਟੀਸਫਾਈ ਨਹੀਂ ਸੀਗੇ ਕਿਸ ਚੀਜ਼ ਤੋਂ, ਵਿਦ ਆਰਥੋਡਾਕਸ ਮੈਡੀਸਿਨਸ। ਕਈ ਲੋਕ ਜਿਹੜੇ ਸੈਟੀਸਫਾਈ ਨਹੀਂ ਸੀ ਕੀ ਤੋਂ, ਆਰਥੋਡਾਕਸ ਮੈਡੀਸਿਨ। ਆਰਥੋਡਾਕਸ ਮੈਡੀਸਿਨ ਦਾ ਮਤਲਬ ਹੈ ਪੁਰਾਣੀਆਂ ਦਵਾਈਆਂ, ਪੁਰਾਣੇ ਤਰੀਕੇ ਦੀਆਂ ਦਵਾਈਆਂ ਤੋਂ ਬਹੁਤ ਲੋਕ ਸੈਟੀਸਫਾਈ ਨਹੀਂ ਸੀਗੇ। ਹੈਜ਼ ਸੀਨ ਦਾ ਪੋਪੂਲੈਰਿਟੀ, ਉਹਨਾਂ 'ਚ ਦੇਖਣ ਨੂੰ ਮਿਲਦੀ ਪੋਪੂਲੈਰਿਟੀ ਆਫ ਅਲਟਰਨੇਟਿਵ ਥੈਰੇਪੀਜ਼ ਇਨ ਆਸਟ੍ਰੇਲੀਆ ਕਲਾਈਂਬ ਸਟੈਡੀਲੀ ਡਿਊਰਿੰਗ ਪਾਸਟ 20 ਈਅਰ। ਤੇ ਐਕੂਰੇਟ ਆਂਸਰ ਮੈਂ ਯੈਸ ਕਹੂੰਗਾ, ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਮੈਚ ਵੀ ਕਰਵਾਉਂਗਾ। ਉਹਨੇ ਕਿਹਾ ਸੀ ਵੀ ਇਨਕਰੀਜ਼ਿੰਗ ਨੰਬਰ, ਬਹੁਤ ਵੱਡੇ ਨੰਬਰ, ਤਾਂ ਪ੍ਰਧਾਨ ਇਨਕਰੀਜ਼ਿੰਗ ਨੰਬਰ, ਕਲਾਈਂਬ ਸਟੈਡੀਲੀ, ਕਲਾਈਂਬ ਆਪਾਂ ਉੱਪਰ ਚੜਨਾ, ਸਟੈਡੀਲੀ ਬੜੀ ਤੇਜ਼ੀ ਨਾਲ ਉੱਪਰ ਚੜਨਾ। ਇਹਨੇ ਆਪਾਂ ਨੂੰ ਆਨਸਰ ਕਿਵੇਂ ਬਣਾਇਆ ਕਿ ਕਹਿੰਦਾ ਯਾਰ ਡਿਸ ਐਨਹਾਂਸਮੈਂਟ ਹੋਗੀ, ਡਿਸਸੈਟਿਸਫੈਕਸ਼ਨ ਹੋਗੀ, ਕਿਸ ਚੀਜ਼ ਤੋਂ, ਆਰਥੋਡਾਕਸ ਮੈਡੀਸਿਨ, ਪੁਰਾਣੀਆਂ ਦਵਾਈਆਂ ਤੋਂ ਅੱਕ ਗਏ। ਫਿਰ ਕੀ ਹੋਇਆ ਕਿ ਇੱਕ ਪੋਪੂਲੈਰਿਟੀ ਵੱਧ ਗਈ, ਕਿਹੜੀ ਚੀਜ਼ ਦੀ, ਅਲਟਰਨੇਟਿਵ ਥੈਰੇਪੀਜ਼ ਦੀ। ਕਿੱਥੇ ਵੱਧ ਗਈ, ਆਸਟ੍ਰੇਲੀਆ ਦੇ ਵਿੱਚ। ਤੇ ਕਿੰਨੀ ਵੱਧ ਗਈ, ਕਲਾਈਂਬ ਕਰ ਗਈ ਸਟੈਡੀਲੀ। ਕਦੋਂ ਕਰ ਗਈ, 20 ਈਅਰ ਦੌਰਾਨ। ਸਾਰੇ ਦਾ ਸਾਰਾ ਮੈਚ ਕਰ ਗਿਆ, ਆਨਸਰ ਯੈਸ, ਬਸ। ਤੇ ਸਭ ਤੋਂ ਵੱਡੀ ਗੱਲ ਇੱਕ ਮੋਰ ਇਹ ਵੀ ਲੱਗੀ ਕਿ ਜਿੱਥੇ 20 ਈਅਰ ਹੈ, ਅਗਲਾ ਕੁਐਸਚਨ ਇਹ ਤੋਂ ਨੀਚੇ। ਐਗਜ਼ਾਮ ਦੇ ਵਿੱਚ ਕੋਈ ਵੀ ਬੰਦਾ ਤੁਹਾਡੀ ਹੈਲਪ ਨਹੀਂ ਕਰੂਗਾ ਸਿਵਾਏ ਤੁਹਾਡੇ, ਤੇ ਇਹ ਟੈਕਨੀਕ ਹੈ ਜਿਹਨੂੰ ਇਹ ਭੇਜਤਾ ਗਿਆ ਉਹ ਕਦੇ ਵੀ ਫੇਲ ਨਹੀਂ ਹੋਇਆ। ਰੌਲਾ ਕੁਛ ਨਹੀਂ, ਤੁਸੀਂ ਇਹਨੂੰ ਕੁਐਸਚਨ ਨੂੰ ਦੇਖ ਲਓ, ਤੁਹਾਡੇ ਸਾਹਮਣੇ ਆਪਾਂ ਨੇ ਕੀ ਕੀ ਕੀਤਾ ਪੁੱਤ। 20 ਈਅਰ ਲੱਭ ਗਿਆ, ਆਸਟ੍ਰੇਲੀਅਨ ਵੀ ਲੱਭ ਗਿਆ, ਅਲਟਰਨੇਟਿਵ ਥੈਰੇਪੀ ਵੀ ਲੱਭ ਗਈ, ਇਨਕਰੀਜ਼ਿੰਗ ਨੰਬਰ ਹੁਣੇ ਕੀ ਕੀਤਾ, ਕਲਾਈਂਬ ਸਟੈਡੀਲੀ ਹੋ ਗਿਆ, ਕੱਲਾ ਕੱਲਾ ਅੱਖਰ ਮੈਚ ਹੋ ਗਿਆ, ਤੇ ਆਨਸਰ ਹੀ ਯੈਸ ਆ। ਬਸ ਬਾਈ ਮਿਸਟੇਕ ਵਾਈ ਨਾ ਪਾਈਓ, ਕੱਲਾ ਯੈਸ ਹੈ। ਤੇ ਬੜੇ ਬੱਚੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਟ੍ਰਿਊ ਪਾ ਦੇਣਗੇ, ਟ੍ਰਿਊ ਤੁਹਾਡੇ 'ਚ ਬੜੇ ਲੱਗਦੇ ਲੈ ਹਮ ਤੋਂ ਨਹੀਂ ਹੈ ਉਹ। ਪ੍ਰੈਸ਼ਰ ਇੰਨਾ ਹੁੰਦਾ ਨਾ ਪ੍ਰਧਾਨ, ਰਹੇ ਰੱਬ ਦਾ। ਇੱਕ ਕੁਐਸਚਨ ਕਲੀਅਰ ਹੋ ਗਿਆ, ਇਜ਼ ਇਟ ਓਕੇ? ਚਲੋ ਸੈਕਿੰਡ ਕੁਐਸਚਨ ਤੇ ਚੱਲਦੇ ਹਾਂ। ਸੈਕਿੰਡ ਕੀ ਕਹਿਣਾ ਚਾਹੁੰਦਾ ਹੈਗਾ, ਕਹਿੰਦਾ ਬਿਟਵੀਨ 1983 ਐਂਡ 1990। ਸਭ ਤੋਂ ਵੱਡੀ ਗੱਲ ਮੈਨੂੰ ਸੁੱਖ ਦਾ ਸਾਹ ਪਤਾ ਕੀ ਆ ਗਿਆ, ਨੂਮੈਰੀਕਲ ਨੰਬਰ ਮਿਲ ਗਿਆ, ਜਿਹੜਾ ਈਅਰ ਮਿਲ ਗਿਆ, ਜਿਹੜਾ ਮੈਨੂੰ ਸੌਖਾ ਲੱਭ ਜੂਗਾ। 1983 ਤੇ 1990 ਦੇ ਦੌਰਾਨ ਨੰਬਰਸ ਆਫ ਪੇਸ਼ੈਂਟਸ, ਜਿਹੜੇ ਮਰੀਜ਼ ਨੇ ਵਿਜ਼ਿਟਿੰਗ ਅਲਟਰਨੇਟਿਵ ਥੈਰੇਪੀਜ਼, ਰੋਜ਼, ਰਾਈਜ਼ ਦੀ ਸੈਕਿੰਡ ਫਾਰਮ ਦੇ ਰੋਜ਼, ਰਾਈਜ਼, ਰੋਜ਼, ਰਾਈਜ਼ਨ,
टू इनकल्यूड फर्दर 8% ऑफ द पॉपुलेशन। सौखा समझाओ ना करके कहंदा 1983 ਤੇ 1990 1983 ਤੋਂ ਲੈ ਕੇ 1990 ਦੀ ਗੱਲ ਕਰਦਾ ਹੈਗਾ। ਨੰਬਰ ਆਫ ਪੇਸ਼ੈਂਟ ਨੇ ਜਿਹੜੇ ਮਰੀਜ਼ ਨੇ ਅਲਟਰਨੇਟਿਵ ਥੈਰੇਪੀ ਨੂੰ ਕਰਾਉਣ ਵਾਲੇ ਉਹਨਾਂ ਨੇ ਰਾਈਜ਼ ਹੋ ਗਏ। ਰਾਈਜ਼ ਦਾ ਮਤਲਬ ਕੀ ਹੋ ਗਿਆ? ਵੱਧ ਗਏ। 8% ਪੋਪੂਲੇਸ਼ਨ ਦੇ ਵਿੱਚ ਆਉਣ ਲੱਗ ਗਏ। 1983 ਤੋਂ ਲੈ ਕੇ 1990 ਤੱਕ ਜਿਹੜੇ ਅਲਟਰਨੇਟਿਵ ਥੈਰੇਪੀ ਕਰਾਉਂਦੇ ਨੇ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ 8% ਹੋ ਗਈ। ਜਿਹੜੇ ਮਰੀਜ਼ ਅਲਟਰਨੇਟਿਵ ਥੈਰੇਪੀ ਕਰਾ ਰਹੇ ਨੇ ਉਹ 8% ਲੋਕ ਨੇ। ਹੁਣ ਆਪਾਂ ਦੇਖ ਲਾਂਗੇ ਵੀ 8% ਹੈਗੇ ਨੇ ਕਿ ਨਹੀਂ। 8 ਹੋਏ ਤਾਂ ਯੈਸ ਹੈ, 8 ਤੋਂ ਘੱਟ ਵੱਧ ਹੋਏ ਤਾਂ ਨੋ ਹੈ। ਚਲੋ ਨਾਰਮਲ ਚੱਲਦੇ ਆ। ਕੀ ਲੱਭਾਂਗੇ ਸਭ ਤੋਂ ਪਹਿਲਾਂ? 1983 ਤੇ 1990। ਚਲੋ ਜੀ ਲੋਕੇਸ਼ਨ ਦੀ ਗੱਲ ਕਰਾਂ ਮੈਂ ਤੇ ਸਭ ਨੂੰ ਪਤਾ ਹੈ ਕਿ ਇੱਥੇ ਤੱਕ ਆਪਾਂ ਪੜ ਲਿਆ ਸੀ। ਪ੍ਰਧਾਨ ਨਾਲ ਦੀ ਨਾਲ ਅਗਲਾ ਕੁਐਸਚਨ 1983 1983 ਦਿਖ ਰਿਹਾ। ਚਲੋ 1983 ਨੂੰ ਕੀ ਹੁੰਦਾ ਹੈ? ਜਿਹੜੇ ਨੈਸ਼ਨਲ ਹੈਲਥ ਸਰਵੇ ਹੁੰਦਾ ਹੈਗਾ ਉਹ ਚ 1.9% ਜਿਹੜੇ ਪੀਪਲ ਨੇ ਉਹਨਾਂ ਨੇ ਕੰਟੈਕਟ ਕੀਤਾ ਕਾਹਦਾ? ਕੋਈ ਸ਼ਰਪੋਕਰੈਟਰ ਜੋ ਵੀ ਨੈਥਰੋਪੈਥ, ਓਸਟੋਪੈਥ, ਇਹ ਥੈਰੇਪੀ ਦੇ ਨਾਮ ਨੇ। ਆਪਾਂ ਨੂੰ ਉੱਥੇ ਥੈਰੇਪੀ ਲਿਖਤਾ ਸੀ, ਉਰੇ ਥੈਰੇਪੀਜ਼ ਦੇ ਨਾਮ ਦੇਤੇ ਵੀ 1983 ਦੇ ਵਿੱਚ 1.9% ਲੋਕਾਂ ਨੇ ਜਿਹੜੇ ਕੰਟੈਕਟ ਕੀਤਾ। ਇੱਕ ਆ ਥੈਰੇਪੀ, ਇੱਕ ਆ ਨੈਟਰੋਪੈਥ ਜੋ ਵੀ, ਓਸਟੀਓਪੈਥ, ਠੀਕ ਹੈ, ਤੇ ਇੱਕ ਹਰਬਲਿਸਟ। ਆਪਾਂ ਨੂੰ ਪਤਾ ਲੱਗਿਆ ਵੀ ਇੱਕ ਸਰਵੇ ਦੇ ਦੌਰਾਨ, ਸੋਨੀ ਸਰ ਇਹਨੂੰ ਕਰੀਏ ਸ਼ੋ ਥੋੜਾ ਜਿਹਾ, ਕਿ ਇੱਕ ਸਰਵੇ ਦੇ ਦੌਰਾਨ ਜਿਹੜੇ 1983 ਚ ਕਿੰਨੇ ਪਰਸੈਂਟ ਲੋਕ ਸੀ? 1.9% ਲੋਕਾਂ ਨੇ ਥੈਰੇਪੀ ਕਰਵਾਈ ਤੇ ਇਹਨਾਂ ਨੇ ਥੈਰੇਪੀ ਦੇ ਨਾਮ ਵੀ ਦਿੱਤੇ ਕਿ ਕਿਹੜੀ ਥੈਰੇਪੀ ਕਰਵਾਈ। ਉਸ ਤੋਂ ਬਾਅਦ ਕਹਿੰਦਾ 1990 ਦੇ ਵਿੱਚ ਕੀ ਹੁੰਦਾ ਹੈ? 1990 ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਫਿਗਰ ਹੈ ਹੈਡ ਰਾਈਜ਼ਨ ਟੂ 2.6% ਆਫ ਦਾ ਪੋਪੂਲੇਸ਼ਨ, ਤੇ ਜਿਹੜਾ ਫਿਗਰ ਹੈ ਉਹ 2.6% ਤੇ ਪਹੁੰਚ ਗਿਆ। ਕਦੋਂ ਪਹੁੰਚ ਗਿਆ? 1990 ਨੂੰ। ਤੁਸੀਂ ਆਰਾਮ ਨਾਲ ਦੇਖੋ 1983 ਨੂੰ ਤਾਂ ਹੈਗਾ ਸੀ 1.9, 1990 ਨੂੰ ਇਹ 1.9 ਤੋਂ ਵੱਧ ਕੇ ਹੋ ਗਿਆ 2.6। ਐਕੂਰੇਟ ਆਨਸਰ ਹੈ ਨੋ, ਕਿਉਂਕਿ ਉਹ ਕਹਿੰਦਾ ਸੀ ਵੀ 8% ਹੋ ਗਈ ਪੋਪੂਲੇਸ਼ਨ। 8% ਨਹੀਂ ਹੋਈ ਪ੍ਰਧਾਨ, ਉਹਨਾਂ ਦੀ ਪੋਪੂਲੇਸ਼ਨ ਤਾਂ ਜ਼ੋਰ ਮਾਰ ਕੇ। ਯਾਰ ਗੱਲ ਸੁਣੋ, ਕਿਸੇ ਦਾ ਮੈਥ ਮੇਰੇ ਵਰਗੇ ਦਾ ਬਾਹਲਾ ਕਮਜ਼ੋਰ ਹੁੰਦਾ ਹੈ, ਉਹਨੂੰ ਭਾਵੇਂ ਵਿਚਾਰੇ ਨੂੰ ਕਨਫਿਊਜ਼ ਹੋ ਜੇ ਵੀ ਯਾਰ 1.9 ਤੇ 2.6 ਜਿੰਨਾ ਕੁ ਫਰਕ ਹੈ ਉਨਾ ਵਧਿਆ ਸੀ ਜਾਂ ਇਹ ਦੋਨਾਂ ਦਾ ਟੋਟਲ ਲਾ ਲੈ। ਭਾਵੇਂ ਤੁਸੀਂ ਦੋਨਾਂ ਦਾ ਟੋਟਲ ਲਾ ਲਓ, ਭਾਵੇਂ ਤੁਸੀਂ ਇਹਦੇ ਵਿੱਚ ਲਾ ਲਓ, 8% ਤਾਂ ਫਿਰ ਵੀ ਨਹੀਂ ਬਣਦਾ ਹੈਗਾ। ਐਕੂਰੇਟ ਆਨਸਰ ਨੋ ਆ ਗਿਆ। 2 ਕੁਐਸਚਨ ਕਲੀਅਰ ਹੋ ਗਏ। ਉਹਨੇ ਕਿਹਾ ਕਿ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ 8% ਹੈ। ਦੋਨੇ ਤਰੀਕੇ ਨਾਲ 8 ਨਹੀਂ ਬਣਦੀ, ਭਾਵੇਂ ਦੋਨਾਂ ਨੂੰ ਜੋੜ ਕੇ ਦੇਖ ਲਓ, ਭਾਵੇਂ ਦੋਨਾਂ ਦਾ ਡਿਫਰੈਂਸ ਦੇਖ ਲਓ। ਕੋਈ ਵੀ ਡਾਊਟ 2 ਕੁਐਸਚਨ ਚ, ਤੇ ਇਹ ਗੱਲ ਦਿਮਾਗ 'ਚ ਰੱਖ ਲਿਓ, ਇਹ 2 ਕੁਐਸਚਨ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਉਰੀ ਹੈ। ਸਵਾਦ ਤਾਂ ਪੇਪਰ 'ਚ ਬਹਿ ਕੇ ਆਊਗਾ ਨਾ, ਪ੍ਰੈਕਟਿਸ ਮੈਚ ਹੈ ਤਾਂ ਫਾਈਨਲ 'ਚ ਦੇਖਾਂਗੇ ਕੀ ਬਣਦਾ ਹੈ। ਸਮਝੇ ਮੇਰੀ ਗੱਲ? ਚਲੋ 2 ਕੁਐਸਚਨ ਤੋਂ ਬਾਅਦ ਤੀਜਾ, ਬਾਅਦ ਚੋਂ ਤੁਹਾਨੂੰ ਇਹਨਾਂ ਦੇ ਉਹ ਵੀ ਦੇਈ ਜਾਊਂਗਾ, ਤੁਹਾਨੂੰ ਮੈਂ ਸਰਵੇ ਕਰਾਈ ਜਾਊਂਗਾ, ਚਿੰਤਾ ਨਾ ਕਰੋ। ਕਹਿੰਦਾ ਸਮ ਆਸਟ੍ਰੇਲੀਅਨ ਡਾਕਟਰਸ ਆਰ ਰੀਟ੍ਰੇਨਿੰਗ ਇਨ ਅਲਟਰਨੇਟਿਵ ਥੈਰੇਪੀਜ਼। ਕੁਝ ਆਸਟ੍ਰੇਲੀਅਨ ਡਾਕਟਰਸ ਨੇ ਜਿਹੜੇ ਉਹ ਕੀ ਕਰ ਰਹੇ ਨੇ? ਰੀਟ੍ਰੇਨਿੰਗ ਕਰ ਰਹੇ ਨੇ। ਰੀਟ੍ਰੇਨਿੰਗ ਕਰ ਰਹੇ ਨੇ ਕਾਦੀ? ਅਲਟਰਨੇਟਿਵ ਥੈਰੇਪੀ ਦੀ। ਗੌਰ ਨਾਲ ਸੁਣੋ, ਪਹਿਲਾਂ ਤਾਂ ਇਹ ਥੈਰੇਪੀ ਮਸ਼ਹੂਰ ਨਹੀਂ ਸੀ। ਪਹਿਲਾਂ ਤਾਂ ਲੋਕ ਮੈਡੀਸਿਨ ਵਗੈਰਾ ਖਾ ਰਹੇ ਸੀ, ਲੋਕ ਮੈਡੀਸਿਨ ਖਾ ਕੇ ਅੱਕ ਗਏ, ਤਾਂ ਕਰਕੇ ਉਹਨਾਂ ਨੇ ਇਹ ਅਲਟਰਨੇਟਿਵ ਥੈਰੇਪੀ ਨੂੰ ਚੂਜ਼ ਕਰਿਆ। ਹੁਣ ਇਹ ਕਹਿਣਾ ਚਾਹੁੰਦੇ ਵੀ ਕੁਝ ਆਸਟ੍ਰੇਲੀਆ ਦੇ ਡਾਕਟਰ ਨੇ ਜਿਹੜੇ ਉਹ ਰੀਟ੍ਰੇਨਿੰਗ ਕਰਦੇ ਨੇ। ਰੀਟ੍ਰੇਨਿੰਗ ਦਾ ਹੁੰਦਾ ਪਹਿਲਾਂ ਤਾਂ ਟ੍ਰੇਨਿੰਗ ਹੁੰਦਾ ਹੈ, ਟ੍ਰੇਨਿੰਗ ਲੈਣੀ। ਰੀਟ੍ਰੇਨਿੰਗ ਦਾ ਮਤਲਬ ਦੁਬਾਰੇ ਟ੍ਰੇਨਿੰਗ ਲੈਣੀ। ਆਸਟ੍ਰੇਲੀਆ ਦੇ ਕੁਝ ਕੁ ਡਾਕਟਰ ਨੇ ਜਿਹੜੇ ਉਹ ਰੀਟ੍ਰੇਨਿੰਗ ਕਰ ਰਹੇ ਨੇ ਕਾਦੀ? ਅਲਟਰਨੇਟਿਵ ਥੈਰੇਪੀ ਦੀ। ਨਵਾਂ ਸ਼ਬਦ ਲੱਭੋ ਕਿਹੜਾ ਇਹ ਚ ਨਵਾਂ ਸ਼ਬਦ?
ਡਾਕਟਰ, ਰੀਟ੍ਰੇਨਿੰਗ ਦੋ ਨੇ ਕਿਉਂਕਿ ਅਲਟਰਨੇਟਿਵ ਥੈਰੇਪੀ ਦੁਰਪੀ ਪਹਿਲਾਂ ਆ ਗਿਆ। ਹੁਣ ਮੈਂ ਇਹ ਦੇਖਣਾ ਵੀ ਆਸਟ੍ਰੇਲੀਆ ਦੇ ਕੁਝ ਕੁ ਡਾਕਟਰ ਨੇ ਜਿਹੜੇ ਉਹ ਰੀਟ੍ਰੇਨਿੰਗ ਕਰ ਰਹੇ ਆ ਜਾਂ ਨਹੀਂ ਕਰ ਰਹੇ। ਸਭ ਤੋਂ ਬੜੇ ਪਿਆਰ ਨਾਲ ਆਪਾਂ ਨੇ ਕੀ ਕੀਤਾ, ਇਹ ਆਸਟ੍ਰੇਲੀਆ ਦੇ ਕੁਝ ਕੁ ਡਾਕਟਰ ਨੇ ਜਿਹੜੇ, ਤੇ ਸਭ ਤੋਂ ਵੱਡੀ ਗੱਲ ਇਹ ਰੱਖੋ ਇੱਥੇ ਤੱਕ ਹੋ ਗਿਆ, ਠੀਕ ਹੈ। ਹੁਣ ਇੱਥੇ ਦੇਖੋ ਕੋਈ ਡਾਕਟਰ ਮਿਲ ਜੇ ਕਿਤੇ, डॉक्टर लेबर, ओके चलो ए देखो कोई डॉक्टर, थेरेपिस्ट, टोटल नंबर, डॉक्टर लेबर, ऑस्ट्रेलियन कोई ना अगला पेज भी है अपने को केड़ा मुक गया, अजे मुक्या नहीं। हाँ सुन मिलूगा कोई ना, चिंता ना करो। अपन ने मैं तेन हुणे कट के देना आंसर। डॉक्टर्स, ऑस्ट्रेलियन डॉक्टर, रेसिस्टिंग, रीट्रेनिंग, रेसिस्ट करना, रीट्रेन करना, ते अपन ऑस्ट्रेलियन डॉक्टर्स भी मिल गया। कहंदा ध्यान नाल सुनो, कहंदा रादर देन रेसिस्टिंग और क्रिटिसाइजिंग, सुन कहंदा रेसिस्ट करना या क्रिटिसाइज करना, ਉਹਦੀ ਬਜਾਏ ਤੇ ਇਸ ਟ੍ਰੈਂਡ ਦੀ ਇਨਕਰੀਜ਼ਿੰਗ ਨੰਬਰ ਆਫ ਜਿਹੜੇ ਆਸਟ੍ਰੇਲੀਅਨ ਡਾਕਟਰ ਨੇ particularly younger ones are forming group practices with alternative therapies। मतलब ਆਪਾਂ ਨੂੰ ਪਤਾ ਲੱਗ ਗਿਆ, ਕਹਿੰਦਾ ਇਥੇ ਸੌਰੀ ਮੈਂ ਤਾਂ ਰੇਸਿਸਟ ਦੂਜਾ ਵਰਡ ਪੜਿਆ ਗਿਆ ਸੀ, ਕ੍ਰਿਟਿਸਾਈਜ਼ ਹੁੰਦਾ ਇਹ, ਕਹਿੰਦਾ ਕ੍ਰਿਟਿਸਾਈਜ਼ ਕਰਨ ਦੀ ਬਜਾਏ ਰਾਦਰ ਟੂ ਕ੍ਰਿਟਿਸਾਈਜ਼ ਕਰਨ ਦੀ ਬਜਾਏ ਆਸਟ੍ਰੇਲੀਆ ਦੇ ਨੰਬਰ ਆਫ ਡਾਕਟਰਸ ਨੇ ਕੀ ਕੀਤਾ, ਯੰਗਰ ਵਨਸ ਨੇ ਕੀ ਕੀਤਾ, ਇਸ ਚੀਜ਼ ਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ। ਕਿਸ ਚੀਜ਼ ਤੇ? ਅਲਟਰਨੇਟਿਵ ਥੈਰੇਪੀਜ਼ ਦੇ ਉੱਤੇ। ਉਹਨਾਂ ਨੇ ਕਿਹਾ ਸੀ ਨਾ ਵੀ ਆਸਟ੍ਰੇਲੀਆ ਦੇ ਕੁਝ ਕੁ ਡਾਕਟਰ ਨੇ ਇਹਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕਰੀ। ਹਾਂ ਆਨਸਰ ਬਿਲਕੁਲ ਯੈਸ ਹੈ, ਆਸਟ੍ਰੇਲੀਆ ਦੇ ਕੁਝ ਕੁ ਡਾਕਟਰਸ ਨੇ, ਬਲਕਿ ਕ੍ਰਿਟਿਸਾਈਜ਼ ਨਹੀਂ ਕਰਿਆ, ਉਹਨਾਂ ਨੇ ਇਹ ਚੀਜ਼ ਤੇ ਬਵਾਲ ਨਹੀਂ ਉਠਾਇਆ ਵੀ ਸਾਡੀਆਂ ਦਵਾਈਆਂ ਦਾ ਕੀ ਬਣੂਗਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਗਲਤ ਹੈ, ਇਹ ਹੈ ਉਹ ਹੈ। ਉਹਨਾਂ ਨੇ ਕੀ ਕੀਤਾ, ਕੋਈ ਕ੍ਰਿਟਿਸਾਈਜ਼ ਨਹੀਂ ਕਰਿਆ, ਬਲਕਿ ਇਸ ਚੀਜ਼ ਦੇ ਉੱਤੇ ਦੁਬਾਰੇ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ। ਐਕੂਰੇਟ ਆਨਸਰ ਯੈਸ। 3 ਕੁਐਸਚਨ ਹੋ ਗਏ ਆਪਣੇ ਕੋਲ। ਚਲੋ ਫੋਰਥ, ਵਾਓ, ਸਮ ਆਸਟ੍ਰੇਲੀਅਨ ਹੋ ਗਿਆ। ਤੇ ਅਗਲਾ ਅਲਟਰਨੇਟਿਵ ਥੈਰੇਪਿਸਟ, ਜਿਹੜੇ ਅਲਟਰਨੇਟਿਵ ਥੈਰੇਪਿਸਟ ਨੇ ਅਰਨ ਹਾਇਰ ਸੈਲਰੀਜ਼ ਦੈਨ ਡਾਕਟਰਸ। ਜਿਹੜੇ ਅਲਟਰਨੇਟਿਵ ਥੈਰੇਪਿਸਟ ਨੇ ਨਾ ਉਹ ਜ਼ਿਆਦੇ ਕਮਾ ਰਹੇ ਨੇ, ਜ਼ਿਆਦੇ ਸੈਲਰੀ ਹੈ ਕਿੰਨਾਂ ਨਾਲੋਂ? ਡਾਕਟਰਸ ਨਾਲੋਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਡਾਕਟਰ ਤੇ ਥੈਰੇਪਿਸਟ ਦੋਨਾਂ 'ਚ ਫਰਕ ਹੈ। ਡਾਕਟਰ ਦਵਾਈਆਂ ਦੇ ਕੇ ਠੀਕ ਕਰੂਗਾ, ਥੈਰੇਪਿਸਟ ਉਹਨੂੰ ਸੇਵਾ ਭਾਵਨਾ ਨਾਲ ਜਿਵੇਂ ਵੀ ਕਰੂਗਾ। ਆ ਨਵੀਂ ਮੂਵੀ ਨਹੀਂ ਆਈ ਦਲਜੀਤ ਦੀ, ਬਾਬੇ ਭੰਗੜਾ ਪਾਉਂਦੇ ਨੇ, ਜੇ ਨਹੀਂ ਦੇਖੀ ਜ਼ਰੂਰ ਉਹਦਾ ਦੇਖਿਓ, ਬੜਾ ਵਧੀਆ। ਉਹ ਕਲੇਮ ਲੈਣਾ ਚਾਹੁੰਦਾ ਹੈਗਾ ਵੀ 5 ਮਤਲਬ ਮਿਲੀਅਨਸ ਡਾਲਰ ਦਾ। ਉਹ ਕੋਈ ਬੁੜਾ ਲੈ ਲੈਂਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ ਇਹ ਮਰ ਜੇ ਫਿਰ ਇਹਦੇ ਪੈਸੇ ਸਾਨੂੰ ਆ ਜਾਣਗੇ। ਫਿਰ ਉਹ ਕੋਈ ਐਵੇਂ ਦੀ ਕੰਡੀਸ਼ਨ ਬਣ ਜਾਂਦੀ, ਉਹ ਕਹਿੰਦੇ ਵੀ ਬੁੜਾ ਘੱਟੋ ਘੱਟ 25 ਦਿਨ ਨਹੀਂ ਮਰਨਾ ਚਾਹੀਦਾ, ਜੇ 25 ਦਿਨ ਜਿਉਂਦਾ ਰੱਖਣਾ, ਜੇ ਪੈਸੇ ਲੈਣੇ ਨੇ ਉਹ ਵੀ ਉਹਦੀ ਪੂਰੀ ਦੱਬ ਕੇ ਸੇਵਾ ਕਰਦੇ ਨੇ, ਉਹ ਠੀਕ ਹੋ ਜਾਂਦੇ। ਉਹ ਕਹਿੰਦੇ ਤੁਹਾਡਾ ਬਾਪੂ ਤਾਂ ਹੁਣ ਭੱਜਦਾ, ਕਹਿੰਦਾ ਹੁਣ ਤਾਂ ਮੈਨੂੰ ਰੇਸਾਂ ਚ ਲਵਾ ਲਓ, ਸਾਥੋਂ ਸੇਵ ਹੀ ਜ਼ਿਆਦਾ ਹੋ ਗਈ ਜੀ, ਕਹਿੰਦਾ ਕੀ ਕਰੀਏ, ਇਹ ਨਹੀਂ ਮਰਦਾ। ਮਤਲਬ ਹਰ ਇੱਕ ਚੀਜ਼ ਦਾ ਕੰਸੈਪਟ ਨਵਾਂ। ਹਰ ਮੈਂ ਨਾ ਹਮੇਸ਼ਾ ਰਾਤ ਅਸੀਂ ਮੈਂ ਇੱਕ ਨਾ ਵੈਬ ਸੀਰੀਜ਼ ਦੇਖ ਰਿਹਾ, ਤਾਜ਼ਾ ਖਬਰ, ਸ਼ਾਇਦ ਤੁਹਾਡੇ ਚੋਂ ਜੇ ਕਿਸੇ ਨੇ, ਭੁਵਨ ਬਾਮ ਦੀ ਤਾਜ਼ਾ ਖਬਰ। ਇੱਕ ਰਾਤ 'ਚ 6 ਐਪੀਸੋਡ ਸੀ, ਸਾਰੇ ਦੇਖਤੇ। ਤੁਸੀਂ ਕਹੋਗੇ ਵੀ ਮਤਲਬ ਕੀ ਸਿੱਖਿਆ? ਉਹ 'ਚ ਇਹ ਸਿੱਖਿਆ ਵੀ ਉਹਦੇ ਕੋਲ ਨਾ ਇੱਕ ਉਹਨੂੰ ਵਰਦਾਨ ਮਿਲ ਗਿਆ ਵੀ ਤੈਨੂੰ ਜਿਹੜੀ ਚੀਜ਼ ਕੱਲ ਨੂੰ ਹੋਊਗੀ ਉਹ ਤੈਨੂੰ ਅੱਜ ਪਤਾ ਲੱਗ ਜੂਗੀ। ਜੋ ਕੱਲ ਨੂੰ ਅਖਬਾਰ 'ਚ ਆਊਗਾ ਨਾ ਉਹ ਤੈਨੂੰ ਅੱਜ ਹੀ ਪਤਾ ਲੱਗ ਜੂ, ਤੇਰੇ ਫੋਨ ਤੇ ਮੈਸੇਜ ਆ ਜਾਊਗਾ। ਉਹਨੂੰ ਬੜੀਆਂ ਚੀਜ਼ਾਂ ਪਤਾ ਲੱਗੀ ਗਈਆਂ। ਬੜਾ ਗਰੀਬ ਹੁੰਦਾ ਸੀ, ਗਰੀਬ ਤੋਂ ਅਮੀਰ, ਅਮੀਰ 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 ਰਿਚੈਸਟ ਬਣ ਗਿਆ।
ਤੇ ਰਿਚੈਸਟ ਬਣਨ ਤੇ ਬਾਅਦ ਉਹਦਾ ਬਿਹੇਵੀਅਰ ਬੜਾ ਚੇਂਜ ਹੋ ਗਿਆ, ਕਿਉਂਕਿ ਪੈਸਾ, ਘਮੰਡ, ਮਤਲਬ ਉਹਨੂੰ ਇੰਨਾ ਜ਼ਿਆਦਾ ਜਿਹੜੀ ਪੋਲਿਟਿਕਸ ਵਿੱਚ ਆ ਗਈ ਵੀ ਉਹ ਚੀਜ਼ ਦਿਖਾਇਆ ਗਿਆ ਵੀ ਜਦੋਂ ਤੁਸੀਂ ਨਾਰਮਲ ਜ਼ਿੰਦਗੀ ਜੀ ਰਹੇ ਹੋਗੇ ਉਦੋਂ ਤੁਹਾਨੂੰ ਕੋਈ ਤੰਗ ਨਹੀਂ ਕਰਦਾ, ਜਦੋਂ ਤੁਹਾਡੇ ਕੋਲੇ ਪੈਸੇ ਆ ਗਏ ਫਿਰ ਤੁਹਾਡੇ ਦੁਸ਼ਮਣ, ਉਹਦੇ ਨਾਲ ਦੇ ਬੰਦਿਆਂ ਦੇ ਬਿਹੇਵ ਚੇਂਜ ਹੋ ਗਏ, ਬੜਾ ਕੁਝ ਬਦਲਿਆ। ਤੇ ਐਟ ਦਾ ਐਂਡ ਤੇ ਉਹਨੂੰ ਇੱਕ ਲਾਸਟ ਜਿਹੜੀ ਉਹਨਾਂ ਮਤਲਬ ਉਹ ਮੈਚ 'ਚ ਫਿਕਸਿੰਗ ਲੱਗ ਗਿਆ ਕਰਨ ਵੀ ਇੰਡੀਆ ਜਿੱਤੂਗਾ ਆਸਟ੍ਰੇਲੀਆ, ਉਹਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਕਰੋੜ ਰੁਪਏ ਲਾਤਾ, 2 ਕਰੋੜ ਲਾਤਾ, 5 ਕਰੋੜ ਲਾਤਾ। ਫਿਰ ਐਟ ਦਾ ਐਂਡ ਤੇ ਜਦੋਂ ਉਹਦਾ ਨੇਚਰ ਇੰਨਾ ਚੇਂਜ ਹੋ ਗਿਆ, ਇੱਕ ਦਿਨ ਉਹਨੂੰ ਖਬਰ ਆ ਗਈ ਵੀ ਬੜੇ ਵੱਡੇ ਬਿਜ਼ਨਸਮੈਨ ਤੇ ਉਹਦਾ ਨਾਮ ਆ ਗਿਆ, ਉਹਦਾ ਹੋਇਆ ਦੇਹਾਂਤ। ਸਮਝੇ ਮੇਰੀ ਗੱਲ? ਤਾਂ ਮਤਲਬ ਬੜੀ ਵੱਡੀ ਚੀਜ਼ ਸੀਗੀ, ਮਤਲਬ ਬੜਾ ਇੰਟਰਸਟਿੰਗ ਸੀ, ਲੱਗਿਆ ਟਾਈਮ ਜ਼ਰੂਰ ਦੇਖਿਆ ਕਰੋ। ਅਲਟਰਨੇਟਿਵ ਥੈਰੇਪਿਸਟ ਨੇ ਜਿਹੜੇ ਉਹ ਅਰਨ ਕਰਦੇ ਨੇ ਹਾਇਰ ਸੈਲਰੀਜ਼, ਕਿੰਨਾਂ ਨਾਲੋਂ? ਡਾਕਟਰਸ ਨਾਲੋਂ। ਮੈਨੂੰ ਨਵਾਂ ਸ਼ਬਦ ਨਾ ਡਾਕਟਰ ਨਹੀਂ ਹੈਗਾ, ਸੈਲਰੀਜ਼ ਮੇਰੇ ਲਈ ਨਵਾਂ ਵਰਡ ਹੈ, ਸੈਲਰੀਜ਼, ਕਿਉਂਕਿ ਬਾਕੀ ਲਗਭਗ ਸਾਰਾ ਕੁਝ ਆ ਗਿਆ। ਇਹ 'ਚ ਕੰਪੈਰੀਜ਼ਨ ਕਰਿਆ ਹੋਇਆ ਹੈ ਵੀ ਜਿਹੜੇ ਥੈਰੇਪਿਸਟ ਨੇ ਉਹ ਜ਼ਿਆਦਾ ਕਮਾਉਂਦੇ ਨੇ ਕਿਹਦੇ ਨਾਲੋਂ? ਡਾਕਟਰਸ ਨਾਲੋਂ। ਚਲੋ ਦੇਖਦੇ ਹਾਂ ਕਮਾਉਂਦੇ ਨੇ ਕਿ ਨਹੀਂ ਕਮਾਉਂਦੇ ਨੇ। ਸੈਲਰੀਜ਼ ਨੂੰ ਦੇਖੋ, ਇੱਕ ਗੱਲ ਹੋਰ ਰੱਖ ਲਓ ਦਿਮਾਗ 'ਚ, ਸੇਮ ਕੁਝ ਨਹੀਂ ਮਿਲਦਾ ਸੈਲਰੀ ਦੀ ਜਗ੍ਹਾ ਤੇ ਨਾ ਇੱਕ ਫਾਈਨੈਂਸ਼ੀਅਲ। ਸੈਲਰੀ ਕੀ ਹੁੰਦਾ? ਪੈਸਾ। ਫਾਈਨਾਂਸ ਕੀ ਹੁੰਦੇ ਨੇ? ਪੈਸੇ। ਹੁਣ ਸ਼ਰੇਆਮ ਸੇਮ ਵਰਡ ਨਹੀਂ ਮਿਲਦਾ। ਉਰੇ ਨੇ ਦਿੱਤਾ ਹੋਇਆ, ਕਹਿੰਦਾ ਪਾਰਟ ਆਫ ਦਾ ਇਨਸੈਂਟਿਵ ਵਾਜ਼ ਫਾਈਨੈਂਸ਼ੀਅਲ। ਡਾਕਟਰ ਲੇਬਰ ਕਹਿੰਦਾ the bottom line is the most general practitioners are business people। ਉਹ ਕਹਿੰਦਾ ਵੀ ਜਿਹੜੇ ਨਾ ਇਹ ਪ੍ਰੈਕਟਿਸ ਕਰਦੇ ਨੇ, ਜਿਹੜੇ ਇਹ ਤੇ ਥੈਰੇਪੀਜ਼ ਵਗੈਰਾ ਕਰਦੇ ਨੇ ਨਾ, ਉਹ ਇੱਕ ਬਿਜ਼ਨਸ ਪੀਪਲ ਹੁੰਦੇ ਨੇ। ਜਿਹੜੇ ਥੈਰੇਪੀਜ਼ ਦਿੰਦੇ ਨੇ ਨਾ, ਉਹਨਾਂ ਦੀ ਆਪਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ, ਉਹਨਾਂ ਦਾ ਬਿਜ਼ਨਸ ਹੈਗਾ। ਇਫ ਦੇ ਸੀ ਪੋਟੈਂਸ਼ੀਅਲ ਕਲਾਇੰਟ ਗੋਇੰਗ ਐਲਸਵੇਅਰ, ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਕੋਈ ਗਾਹਕ ਕਿਸੇ ਹੋਰ ਪਾਸੇ ਜਾ ਰਿਹਾ ਹੈਗਾ, they might want to be able to offer similar service। ਉਹ ਕੀ ਕਰਦੇ ਨੇ? ਉਹੀ ਸਰਵਿਸ ਘੱਟ ਪੈਸਿਆਂ 'ਚ, ਜਿਵੇਂ ਕੋਈ ਕੱਪੜੇ ਵਾਲੀ ਦੁਕਾਨ ਵਾਲੇ ਕਰਦੇ ਨੇ। ਉਹਨੇ ਥੈਰੇਪਿਸਟ ਨੇ ਮੰਗਿਆ 5000, ਉਹ ਗਾ ਕਹਿੰਦਾ ਵੀ ਨਾ, ਫਿਰ ਪਿੱਛੋਂ ਚੱਲ ਤੇਰੀ ਮੇਰੀ ਨਹੀਂ 4500 ਆ ਜਾ। ਉਹ ਬਿਜ਼ਨਸਮੈਨ ਨੇ। ਐਕੂਰੇਟ ਆਨਸਰ ਇਜ਼ ਨਾਟ ਗਿਵਨ। ਮੈਂ ਇਹ ਦੱਸਣਾ ਚਾਹੁੰਦਾ ਨਾਟ ਗਿਵਨ ਕਿਵੇਂ ਆ ਗਿਆ। ਸੈਲਰੀ ਮਿਲ ਗਈ, ਫਾਈਨੈਂਸ਼ੀਅਲ ਹੋ ਗਿਆ। ਉਰੇ ਉਹਨਾਂ ਨੇ ਕੰਪੈਰੀਜ਼ਨ ਨਹੀਂ ਕਰਿਆ ਉਹ ਡਾਕਟਰਸ ਨੂੰ ਲੈ ਕੇ। ਉਰੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਥੈਰੇਪੀ ਵਾਲੇ ਜ਼ਿਆਦਾ ਕਮਾਉਂਦੇ ਨੇ, ਡਾਕਟਰ ਘੱਟ ਕਮਾਉਂਦੇ ਨੇ ਜਾਂ ਨਹੀਂ ਕਮਾਉਂਦੇ ਨੇ। ਉਰੇ ਉਹਨੇ ਇੰਨੀ ਕੁ ਗੱਲ ਕੀਤੀ ਫਾਈਨੈਂਸ਼ੀਅਲ ਟਾਕ ਕਰਕੇ ਵੀ ਥੈਰੇਪਿਸਟ ਵਾਲੇ ਇੱਕ ਬਿਜ਼ਨਸ ਬਣਦੇ ਹੁੰਦੇ ਨੇ, ਇਹ ਰੇਟ ਘਟਾ ਵਧਾ ਵੀ ਲੈਂਦੇ ਨੇ, ਕੋਈ ਦਿੱਕਤ ਨਹੀਂ। ਦੈਟਸ ਇਟ। ਮਤਲਬ ਕੀ ਹੈ? ਕੰਪੈਰੀਜ਼ਨ ਨਹੀਂ ਹੈਗਾ ਤਾਂ ਨਾਟ ਗਿਵਨ ਹੈ। ਬੜੇ ਲੋਕ ਨਾ ਇਹ ਜਿਹੇ ਚੁਟਕਲੇ ਵੀ ਆ ਰਹੇ ਨੇ, ਵੀ ਕਹਿੰਦੇ ਵੀ ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲਓਗੇ? ਕਹਿੰਦਾ ਲੱਖ ਰੁਪਇਆ। ਕਹਿੰਦੇ ਜੇ ਪਲਾਸਟਿਕ ਮੈਂ ਆਪਦੀ ਲਿਆਵਾਂ। ਤੁਹਾਡੇ ਤੋਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਬੁੜੀ ਦੇ ਵਾਲ ਖਾਦੇ ਆ? ਉਹ ਬੁੜੀ ਦੇ ਉਹ ਲਾਲ ਝਾਟਾ, ਬੁੜੀ ਦਾ ਝਾਟਾ ਜਿਹਨੂੰ ਕਹਿੰਦੇ ਆ, ਰੈਡ ਜਿਹਾ ਹੁੰਦਾ ਹੈ ਨਾ, ਪਿੰਕ। ਹਾਂ, ਉਹਦੇ ਕਲਰ ਅੱਜ ਕੱਲ੍ਹ ਤਾਂ ਐਲਾਂਟੇ ਮਾਲ 'ਚ ਹੋਰ ਬੜੇ ਮਿਲਦੇ ਆ। ਕਿਹਨੇ ਉਹ ਬਣਦਾ ਦੇਖਿਆ? ਬਣਦਾ ਦੇਖੋ, ਚੱਕੀ ਚਾਲੇ ਦੁਆਲੇ ਜਾਲਾ ਲੱਗੀ ਜਾਣਾ ਹੁੰਦਾ, ਫਿਰ ਉਹ ਡੱਕਾ। ਤੁਹਾਡੇ 'ਚ ਕੋਈ ਹੈਗਾ ਜਿਹਨੇ ਬੇਲਪੂਰੀ ਖਾਈ? ਉਹ ਰੇੜੀ ਵਾਲੇ ਦੀ, ਉਹ ਰੇੜੀ ਜਿਹੜਾ ਸਟਾਲ ਜੀ ਹੁੰਦੀ ਉਹਦੇ ਕੋਲ ਐਂ ਜਿਹੀ ਚੱਕੀ ਹੁੰਦੀ ਹੈ। ਚਲੋ ਇਹ ਨੇ ਆਮ ਲੋਕ। ਹੁਣ ਇਹ ਦੱਸੋ ਵੀ ਜਦੋਂ ਉਹ ਬੇਲਪੂਰੀ ਬਣਾ ਕੇ ਹਿਲਾ ਰਿਹਾ ਹੁੰਦਾ ਹੈ, ਤੁਹਾਡਾ ਉਹ 'ਚ ਇੱਕ ਅੱਧਾ ਸਮਾਨ ਨੀਚੇ ਡਿੱਗਿਆ ਨਾ, ਫਿਰ ਆਪਾਂ ਚੱਕ ਪਈ ਨਹੀਂ ਤਾਂ ਮੇਰਾ ਸੀਗਾ। ਮੇਰਾ ਦੋਸਤ ਸੀ ਬਾਈਕੜ, ਉਹਨੇ ਨਾ ਬੇਲਪੂਰੀ ਵਾਲੇ ਨੇ ਨਾ, ਮਤਲਬ ਉਹ ਰੈਪ ਨਹੀਂ ਕੀਤੀ ਹੁੰਦੀ ਉਹ ਸਾਰੀ ਆਪਦੀ, ਉਹ ਤਾਂ ਇੱਧਰ ਬਣਾਉਣ 'ਚ ਉਹ ਇੱਧਰ ਨਾ ਉਂਗਲ ਪਾ ਲੈਂਦਾ ਉਹਦੇ ਵਿੱਚ, ਉਹਦੇ ਐਂ ਖੁਰਚੀ ਜਾਂਦਾ। ਬੇਲਪੂਰੀ ਵਾਲਾ ਇੰਨਾ ਕਿਹਾ ਹੋਇਆ ਸੀ ਨਾ, ਜੋ ਉਹ ਕਹਿੰਦੇ ਵੀ ਮੇਰੀ ਬਣਾ ਕੇ ਤੈਨੂੰ ਨਹੀਂ ਦਿੰਦਾ, ਕਹਿੰਦਾ ਤੂੰ ਤਾਂ ਮੈਨੂੰ ਲੁੱਟ ਕੇ ਖਾ ਜੇ। ਕਿੰਨਾ ਵਧੀਆ ਟਾਈਮ ਸੀਗਾ। ਕੋਲਡ ਡਰਿੰਕ, ਸੌਫਟ ਡਰਿੰਕ ਜਿਹਨੂੰ ਕਹਿੰਦੇ ਆ, ਉਹਦਾ ਢੱਕਣ ਨਾ ਉਹਨੂੰ ਕੁੱਟ ਲਾਂਦੇ, ਢੱਕਣ ਨੂੰ ਕੁੱਟ ਕੇ ਉਹ 'ਚ ਮੋਰੀ ਕਰਕੇ ਪੰਬੀਰੀ ਬਣਾਈ ਹੈ ਕਦੇ? ਕੜਾ ਬਹੁਤ ਤੇਜ਼ ਗਰਮ ਕਰਕੇ। ਮੁੰਡੇ ਦੇ ਲੈਣ, ਕੁੜੀਆਂ 'ਚ ਹੈ ਕੋਈ ਜਿਹਨੇ ਕੜਾ ਕਿਸੇ ਦੇ ਗਰਮ ਕਰਕੇ ਲਾਇਆ ਹੋਵੇ? ਹੈਗੀਆਂ ਨੇ। ਉਹ ਵੈਰੀ ਗੁੱਡ। ਯੂ ਅੰਡਰਸਟੈਂਡ? ਅਗਲੇ ਦੇ ਚੰਗਿਆੜੀ ਕਢਾਉਂਦੇ ਵੀ ਲਾਲ ਕਰਤਾ। ਚੱਲ 2 ਕੁਐਸਚਨ ਰਹਿ ਗਏ, ਇਹਨਾਂ ਨੂੰ ਫਿਨਿਸ਼ ਕਰੀਏ। 1993 ਦੇ ਵਿੱਚ 1993 ਦੇ ਵਿੱਚ ਸਿਡਨੀ ਦਾ ਸਰਵੇ ਹੋਇਆ, ਉਹ 'ਚ ਇਨਵੋਲਵ ਹੋਏ 289 ਪੇਸ਼ੈਂਟ who visited alternative therapist for a puncture treatment। ਇਹਨਾਂ ਨੇ ਇੱਕ ਟ੍ਰੀਟਮੈਂਟ ਦਾ ਨਾਮ ਦਿੱਤਾ, ਬੜਾ ਔਖਾ ਜਿਹਾ ਕੁਐਸਚਨ ਇਹ, ਕਰਾ ਦੂੰਗਾ ਮੈਂ।
1993 ਦੇ ਵਿੱਚ ਸਿਡਨੀ ਦੇ ਵਿੱਚ ਇੱਕ ਸਰਵੇ ਹੁੰਦਾ ਹੈ ਜਿਹਦੇ ਚ 299 ਪੇਸ਼ੈਂਟ 289 ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੇ ਵਿਜ਼ਿਟ ਕਿਸ ਲਈ ਕਰਿਆ, ਥੈਰੇਪੀ ਲਈ ਕਰਿਆ। ਕਿਹੜੀ ਥੈਰੇਪੀ ਲਈ ਕਰਿਆ? ਉਹਨਾਂ ਨੇ ਥੈਰੇਪੀ ਦਾ ਨਾਮ ਦਿੱਤਾ ਐਕਿਊਪੰਕਚਰ ਟ੍ਰੀਟਮੈਂਟ। 1993 ਦੇ ਵਿੱਚ 299 ਪੇਸ਼ੈਂਟ ਨੇ ਆ ਜਿਹੜੀ ਐਕਿਊਪੰਕਚਰ ਟ੍ਰੀਟਮੈਂਟ ਹੈ ਆ ਥੈਰੇਪੀ ਲਈ। ਹੁਣ ਆਪਾਂ ਦੇਖਾਂਗੇ ਵੀ ਉਹਨਾਂ ਨੇ ਇਹ ਥੈਰੇਪੀ ਲਈ ਜਾਂ ਨਹੀਂ ਲਈ। ਜੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ 1993 ਦੇ ਵਿੱਚ ਇੰਨੇ ਪੇਸ਼ੈਂਟ ਨੇ ਆ ਥੈਰੇਪੀ ਲੈ ਲਈ, ਐਕੂਰੇਟ ਆਨਸਰ ਯੈਸ ਆਊਗਾ। ਜੇ ਆਪਾਂ ਨੂੰ ਪਤਾ ਲੱਗ ਗਿਆ ਵੀ 1993 ਦੇ ਵਿੱਚ ਇੰਨੇ ਪੇਸ਼ੈਂਟ ਨੇ ਥੈਰੇਪੀ ਤਾਂ ਲਈ ਪਰ ਆਹ ਵਾਲੀ ਨਹੀਂ ਸੀ, ਫਿਰ ਨੋ, ਕਿਉਂਕਿ ਉਹਨਾਂ ਨੇ ਥੈਰੇਪੀ ਦਾ ਨਾਮ ਦਿੱਤਾ ਨਾ। ਚਲੋ ਦੇਖੀਏ, ਦੋ ਚੀਜ਼ਾਂ ਮੇਨ ਨੇ 1993 ਤੇ 289, ਇਹ ਦੋਨੇ ਵਰਡ ਮੇਰੇ ਲਈ ਮੇਨ ਨੇ। ਤੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕੀ ਤੁਹਾਨੂੰ ਲੋਕੇਸ਼ਨ ਲੱਭਣੀ ਐਵੇਂ ਵਧੀਆ ਆਉਣ ਲੱਗੀ ਨਾ? ਮਤਲਬ ਜਦੋਂ ਆਪਾਂ ਸੇਮ ਚੀਜ਼ ਦੇਖ ਕੇ ਲੋਕੇਸ਼ਨ ਲੱਭ ਲੈਣੇ ਹੈਗੇ ਤਾਂ ਦਿਸ ਇਜ਼ ਦਾ ਬੈਸਟ ਵੇ ਵੀ ਕੈਨ ਅੰਡਰਸਟੈਂਡ। ਚਲੋ ਹੁਣ ਮੈਂ ਕਿਹਾ 1993 ਦੇ ਵਿੱਚ ਡਾਕਟਰ ਲੇਵਰ ਐਂਡ ਹਿਜ਼ ਕੋਲੀਗ ਉਹਨਾਂ ਨੇ ਪਬਲਿਸ਼ ਕੀਤਾ ਇੱਕ ਸਰਵੇ ਜਿਹ 'ਚ 289 ਸਿਡਨੀ ਦੇ ਪੀਪਲ ਸੀ who attended 8 alternative therapist practices in Sydney. These practices offered a wide range of alternative therapists from 25 therapists. मतलब ध्यान ਨਾਲ देखो, ਉਹ क्या आंसर नो है, नो है। सुनो नो क्यों है दस। उन्होंने ਕਿਹਾ ਸੀ ਵੀ 299 ਕਸਟਮਰ ਨੇ, ਪੇਸ਼ੈਂਟ ਲਾ ਲਓ, ਕਸਟਮਰ ਲਾ ਲਓ, ਆ ਰਿਹਾ 299। ਉਹਨੇ ਕਿਹਾ ਸੀ ਵੀ 1993 ਆ ਰਿਹਾ 1993। ਉਹ ਕਹਿੰਦਾ ਸੀ ਵੀ ਉਹਨਾਂ ਨੇ ਨਾ ਐਕਿਊਪੰਕਚਰ ਕੋਈ ਉਹ ਵਾਲੀ ਥੈਰੇਪੀ ਲਈ ਆਉਰੇ, ਤਾਂ ਇਹਨਾਂ ਨੇ ਕੀ ਕਹਿਤਾ ਵੀ ਇਹਨਾਂ ਨੇ ਅਲੱਗ ਥੈਰੇਪੀਜ਼ ਲਈਆਂ। ਮਤਲਬ ਉਹਨੇ ਕੀ ਕੀਤਾ, ਆ ਦੇਖੋ, ਉਹਨੇ ਅਟੈਂਡ ਕੀਤੇ ਕਿਹਨੂੰ 8 ਅਲਟਰਨੇਟਿਵ ਥੈਰੇਪਿਸਟ, ਅਲੱਗ 8 ਅਲਟਰਨੇਟਿਵ ਥੈਰੇਪਿਸਟ ਨੂੰ ਮਿਲੇ ਉਹ ਸਿਡਨੀ ਦੇ ਵਿੱਚ, ਤੇ ਉਹਨਾਂ ਨੇ ਆਫਰ ਕੀਤੀਆਂ ਵਾਈਡ ਰੇਂਜ ਅਲੱਗ ਤਰ੍ਹਾਂ ਦੀਆਂ ਥੈਰੇਪੀਜ਼ ਉਹਨਾਂ ਨੂੰ ਪ੍ਰੋਵਾਈਡ ਕਰੀਆਂ। ਐਕਿਊਪੰਕਚਰ ਥੈਰੇਪੀ ਨਹੀਂ, ਅਲੱਗ 25 ਤਰ੍ਹਾਂ ਦੀਆਂ ਜਿੰਨੇ ਵੀ ਤਰ੍ਹਾਂ ਦੀਆਂ ਜੋ ਵੀ ਸੀਗੇ ਉਹ ਉਹਨਾਂ ਨੂੰ ਮਿਲਿਆ। ਐਕੂਰੇਟ ਆਨਸਰ ਕੀ ਹੈ? ਨੋ ਹੈ। ਕਿਉਂ ਨੋ ਕਿਉਂ ਆ ਗਿਆ? ਹੁਣ ਇੱਕ ਗੱਲ ਦਿਮਾਗ 'ਚ ਰੱਖੋ, ਜੇ ਤੁਹਾਨੂੰ ਮੈਂ ਨੋ ਤੇ ਨਾਟ ਗਿਵਨ 'ਚ ਵੀ ਫਰਕ ਦੱਸ ਦੂੰਗਾ। 1993 ਵੀ ਮਿਲ ਗਿਆ, ਇਹ ਵੀ ਮਿਲ ਗਿਆ, ਇਹ ਵੀ ਵਿਜ਼ਿਟ ਹੋ ਗਿਆ ਥੈਰੇਪੀ, ਬਸ ਆਹ ਥੈਰੇਪੀ ਨਹੀਂ ਦਿੱਤੀ, ਇਹਦੀ ਜਗ੍ਹਾ ਤੇ ਕੋਈ ਹੋਰ ਥੈਰੇਪੀ ਸੀਗੀ। ਵਾਈਡ ਰੇਂਜ ਅਲੱਗ ਥੈਰੇਪੀਜ਼ ਦਿੱਤੀਆਂ। ਹੁਣ ਜੇ ਇਹੀ ਆਨਸਰ ਨਾਟ ਗਿਵਨ ਹੁੰਦਾ ਤਾਂ ਨਾਟ ਗਿਵਨ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ, ਕਿਤੇ ਇਹ ਹੋ ਸਕਦਾ ਸੀ 1993 ਵੀ ਮਿਲ ਜਾਂਦਾ, 299 ਪੇਸ਼ੈਂਟ ਵੀ ਮਿਲ ਜਾਂਦੇ, ਪਰ ਉਹਨਾਂ ਦੀ ਥੈਰੇਪੀ ਦੀ ਕੋਈ ਟਾਕ ਨਾ ਕਰੀ ਹੁੰਦੀ ਤਾਂ ਨਾਟ ਗਿਵਨ ਸੀਗਾ। ਹੁਣ ਇਹਨਾਂ ਨੇ ਥੈਰੇਪੀ ਕਹਿੰਦੇ ਵੀ ਆਹ ਥੈਰੇਪੀ ਲਈ ਹੈ, ਆਨਸਰ 'ਚ ਪਤਾ ਲੱਗਿਆ ਵੀ ਆਹ ਨਹੀਂ ਲਈ, ਕੋਈ ਹੋਰ ਥੈਰੇਪੀਜ਼ ਲਈਆਂ ਨੇ, ਪਰ ਲਈਆਂ ਤਾਂ ਹੈਗੀਆਂ ਨੇ। ਜੇ ਥੈਰੇਪੀ ਦੀ ਟਾਕ ਨਾ ਹੁੰਦੀ ਤਾਂ ਨਾਟ ਗਿਵਨ ਹੁੰਦਾ। ਬਸ ਲਾਸਟ ਕੁਐਸਚਨ ਹੈਗਾ, ਤੁਸੀਂ ਇਹ ਦੇਖੋ ਕਿ ਪੇਪਰ ਇਸ ਲੈਵਲ ਤੇ ਵੀ ਬਣਦਾ ਹੈਗਾ ਕਿ ਨਾ all the patients in the 1993 ਸਾਰੇ ਪੇਸ਼ੈਂਟ 1993 ਵਿੱਚ ਸਿਡਨੀ ਦੇ ਵਿੱਚ ਸਰਵੇ ਹੋਇਆ had long term medical complaints। ਜਿਹੜੇ ਇਹ ਬੜਾ ਡਿਫਰੈਂਟ ਜਿਹਾ ਕੁਐਸਚਨ ਹੈ। all the patient ਜਿੰਨੇ ਪੇਸ਼ੈਂਟ 1993 ਦੇ ਵਿੱਚ ਸੀਗੇ ਸਿਡਨੀ ਦੇ ਵਿੱਚ ਸੀ, ਸਰਵੇ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਨਾ ਲੌਂਗ ਟਰਮ ਮੈਡੀਕਲ ਕੰਪਲੇਂਟ ਸੀ। ਲੌਂਗ ਟਰਮ ਮੈਡੀਕਲ ਕੰਪਲੇਂਟ ਪਤਾ ਕਿ ਲੰਬੀਆਂ ਮੈਡੀਕਲ ਪ੍ਰੋਬਲਮ ਸੀਗੀਆਂ ਉਹਨਾਂ ਨੂੰ। 1993 ਦੇ ਵਿੱਚ ਜਿਹੜਾ ਪਤਾ ਲੱਗਿਆ ਵੀ ਜਿਹੜੇ ਪੇਸ਼ੈਂਟ ਸੀ ਨਾ ਉਹਨਾਂ ਨੂੰ ਨਾ ਬਹੁਤ ਲੰਬੀਆਂ ਬਿਮਾਰੀਆਂ ਸੀ। ਦੋ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਗੀਆਂ, ਤੁਹਾਨੂੰ ਮੈਂ ਦੱਸਦਾ ਨਾ। ਪਹਿਲਾਂ ਮੇਰੇ ਲਈ ਕੀ ਜ਼ਰੂਰੀ ਹੈ, 1993 ਵਿੱਚ ਸਰਵੇ 'ਚ ਪਤਾ ਲੱਗੇ ਕਿ ਇਹਨਾਂ ਨੂੰ ਲੌਂਗ ਟਰਮ ਮੈਡੀਕਲ ਪ੍ਰੋਬਲਮਸ ਹੈਗੀਆਂ ਸੀ ਜਾਂ ਨਹੀਂ। Those surveyed had experienced chronic illness, ਕਿਉਂਕਿ 1993 ਤਾਂ ਗੱਲ ਚੱਲ ਰਹੀ ਹੈ। ਉਹਨਾਂ ਨੇ ਸਰਵੇ ਦੇ ਵਿੱਚ ਕੀ ਪਤਾ ਲੱਗਿਆ ਕਿ ਉਹਨਾਂ ਨੂੰ ਇੱਕ ਕ੍ਰੋਨਿਕ ਇਲਨੈਸ ਸੀ। ਮੈਂ ਦੱਸਣਾ ਚਾਹੁੰਦਾ, ਕ੍ਰੋਨਿਕ ਹੁੰਦੀਆਂ ਨੇ ਲੰਬੀਆਂ ਬਿਮਾਰੀਆਂ ਤੇ ਐਕਿਊਟ ਹੁੰਦੀਆਂ ਨੇ ਛੋਟੀਆਂ। ਕ੍ਰੋਨਿਕ ਹੁੰਦੀਆਂ ਨੇ ਕਿਸੇ ਨੂੰ ਕੈਂਸਰ ਹੈ, ਕਿਸੇ ਨੂੰ ਡਾਇਬੀਟੀਜ਼ ਹੈ, ਬਹੁਤ ਲੰਬੀ ਬਿਮਾਰੀ। ਕ੍ਰੋਨਿਕ ਲੰਬੀਆਂ ਹੋ ਗਈਆਂ ਤੇ ਐਕਿਊਟ ਜਿਹੜੀਆਂ ਹੁੰਦੀਆਂ ਨੇ ACUTE ਜਿਹੜੀਆਂ ਐਕਿਊਟ ਹੁੰਦੀਆਂ ਨੇ ਉਹ ਹੁੰਦੀਆਂ ਨੇ ਜਿਵੇਂ ਕਿਸੇ ਨੂੰ ਜ਼ੁਕਾਮ ਹੋ ਗਿਆ, ਖਾਂਸੀ ਹੋ ਗਈ, ਹਫ਼ਤੇ 'ਚ ਠੀਕ ਹੋ ਗਈ, ਕਿਵੇਂ ਸ਼ਾਰਟ ਟਰਮ ਕਹਿ ਸਕਦੇ ਹਾਂ।
ਕ੍ਰੋਨਿਕ ਲੌਂਗ ਡਿਸੀਜ਼ ਨੇ। ਮਤਲਬ ਆਪਾਂ ਨੂੰ ਇਹ ਪਤਾ ਲੱਗਿਆ ਵੀ 1993 ਦੇ ਵਿੱਚ ਸਰਵੇ ਤਾਂ ਹੋਇਆ, ਸਰਵੇ ਦੇ ਵਿੱਚ ਆਪਾਂ ਨੂੰ ਸਿਡਨੀ ਦੇ ਵਿੱਚ ਵੀ ਹੋਇਆ। ਕੀ ਪਤਾ ਲੱਗਿਆ ਕਿ ਉਹਨਾਂ ਨੂੰ ਨਾ ਕੀ ਸੀਗਾ, ਕ੍ਰੋਨਿਕ ਇਲਨੈਸ ਸੀ। ਕ੍ਰੋਨਿਕ ਇਲਨੈਸ ਕੀ ਹੁੰਦੀ ਹੈ, ਜਿਹੜੀ ਬੜੀ ਲੰਬੀਆਂ ਬਿਮਾਰੀਆਂ ਸੀ, ਫॉर ਵਿਚ ਆਰਥੋਡਾਕਸ ਮੈਡੀਸਨ ਹੈਡ ਬੀਨ ਏਬਲ ਟੂ ਪ੍ਰੋਵਾਈਡ ਲਿਟਲ ਰਿਲੀਫ। ਜਿਹੜੀਆਂ ਆਰਥੋਡਾਕਸ ਮੈਡੀਸਨ ਸੀਗੀਆਂ ਉਹ ਤੋਂ ਕੋਈ ਇੰਨਾ ਫਾਇਦਾ ਨਹੀਂ ਹੁੰਦਾ ਸੀ, ਤਾਂ ਹੀ ਤਾਂ ਫਿਰ ਉਹ ਥੈਰੇਪਿਸਟ ਤੇ ਆ ਗਏ ਸੀਗੇ। ਇਸ ਕਰਕੇ ਐਕੂਰੇਟ ਆਨਸਰ ਯੈਸ ਹੈ। ਉਹਨਾਂ ਲੋਕਾਂ ਨੂੰ ਲੌਂਗ ਟਰਮ ਬਿਮਾਰੀਆਂ ਹੈਗੀਆਂ ਸੀ ਕਿਉਂਕਿ ਉਹਨਾਂ ਨੂੰ ਕ੍ਰੋਨਿਕ ਇਲਨੈਸ ਸੀ। ਤੇ ਸਰਵੇ ਤੋਂ ਪਤਾ ਲੱਗਿਆ, 1993 ਤੋਂ ਪਤਾ ਲੱਗਿਆ, ਸਿਡਨੀ ਤੋਂ ਪਤਾ। ਹੁਣ ਜੇ ਤੁਹਾਨੂੰ ਇੱਕ ਵਾਰ ਓਵਰਆਲ ਸਾਰੇ ਕੁਐਸਚਨ ਸ਼ੋ ਕਰਦਾ, ਅਰੇ ਕੁਐਸਚਨ ਪੁੱਛਿਆ ਮੇਰੇ ਸੀ, ਪਹਿਲਾ ਆਨਸਰ ਸੀਗਾ ਮੇਰੇ ਕੋਲੇ, ਦੈਟ ਵਾਸ ਯੈਸ। ਯੈਸ ਕਿਵੇਂ ਸੀ, ਕਿਉਂਕਿ ਉਹਨਾਂ ਨੇ ਥੈਰੇਪਿਸਟ ਤੇ ਆ ਗਏ ਸੀ, ਅਲਟਰਨੇਟਿਵ ਥੈਰੇਪਿਸਟ ਤੇ 20 ਸਾਲਾਂ ਤੋਂ, ਕਿਉਂਕਿ ਉਹ ਡਿਸਸੈਟੀਸਫਾਈਡ ਸੀਗੇ। ਦੂਜਾ ਕੁਐਸਚਨ ਐਕੂਰੇਟ ਆਨਸਰ ਸੀ ਨੋ, ਕਿਉਂਕਿ ਉਹ ਕਹਿੰਦਾ 8% ਪੋਪੂਲੇਸ਼ਨ ਸੀ, ਉਹ 2.6% ਤੇ ਸੀ, 8% ਨਹੀਂ ਸੀ। ਤੀਜਾ ਕੁਐਸਚਨ ਸੀਗਾ ਯੈਸ, ਉਹਨਾਂ ਨੇ ਕੋਈ ਬਗਾਵਤ ਨਹੀਂ ਕਰੀ, ਕੋਈ ਕ੍ਰਿਟੀਸਾਈਜ਼ ਨਹੀਂ ਕਰਿਆ, ਡਾਕਟਰ ਜਿਹੜੇ ਉਹ ਪ੍ਰੈਕਟਿਸ ਤੇ ਲੱਗ ਗਏ ਸੀ। ਅਗਲਾ ਕੁਐਸਚਨ ਸੀਗਾ ਨਾਟ ਗਿਵਨ, ਕਿਉਂਕਿ ਉਹਨਾਂ ਦਾ ਸੈਲਰੀਜ਼ ਦਾ ਕੰਪੈਰੀਜ਼ਨ ਨਹੀਂ ਕਰਿਆ। ਅਗਲਾ ਕੁਐਸਚਨ ਸੀਗਾ ਨੋ, ਕਿਉਂਕਿ ਉਹ ਕਹਿੰਦਾ ਜੀ ਵੀ ਐਕੂਪੰਕਚਰ ਟ੍ਰੀਟਮੈਂਟ ਲਿਆ, ਐਕੂਪੰਕਚਰ ਨੇ ਉਹਦਾ ਵਾਈਡ ਰੇਂਜ ਦੀਆਂ ਹੋਰ ਥੈਰੇਪੀਜ਼ ਲਈਆਂ। ਤੇ ਲਾਸਟ ਆਨਸਰ ਹੈ ਯੈਸ, ਉਹ ਕਹਿੰਦਾ ਵੀ ਲੌਂਗ ਟਰਮ ਮੈਡੀਕਲ ਕੰਪਲੀਟ ਹੈਗੀਆਂ ਸੀ, ਕ੍ਰੋਨਿਕ ਡਿਸੀਜ਼ਿਸ ਸੀਗੀਆਂ, ਤਾਂ ਕ੍ਰੋਨਿਕ ਜਿਹੜੀਆਂ ਇਲਨੈਸ ਹੁੰਦੀਆਂ ਨੇ ਇਹਨਾਂ ਨੂੰ ਲੌਂਗ ਟਰਮ ਬਿਮਾਰੀਆਂ ਹੀ ਕਹਿੰਦੇ ਆ। ਦੈਟਸ ਇਟ। ਆਪਾਂ ਟੂ ਕਾਈਂਡ ਰੱਜ ਕੇ ਪੜੀਆਂ, ਕੱਲ ਲਿਸਟ ਆਫ ਹੈਡਿੰਗ ਤੇ ਅੱਜ ਯੈਸ ਨੋ। ਕੱਲ ਨੂੰ ਡਿਸਕਸ਼ਨ ਡੇ ਹੈ ਤੇ ਕੱਲ ਨੂੰ ਇੱਕ ਨਵੀਂ ਹੋਰ ਟਾਈਪ ਪੜਾਉਂਗਾ। ਯਾਦ ਰੱਖ ਲਿਓ, ਗਿਣਤੀ ਦੀਆਂ 5 ਟਾਈਪ ਨੇ ਰੀਡਿੰਗ ਦੀਆਂ, 5 ਟਾਈਪ। ਲਿਸਟ ਆਫ ਹੈਡਿੰਗ ਲੰਘ ਗਈ, ਯੈਸ ਨੋ ਅੱਜ ਲੰਘਿਆ, 2 ਹੋ ਗਈਆਂ, ਪਿੱਛੇ ਰਹਿ ਗਈਆਂ 3। ਕਿਹੜੀਆਂ? ਫਿਲ ਇਨ ਦਾ ਬਲੈਂਕ, MCQ ਤੇ ਮੈਚਿੰਗ। ਮੈਂ ਤੁਹਾਨੂੰ ਗਾਰੰਟੀ ਦਿੰਦਾ ਇਹ 5 ਟਾਈਪ ਤੋਂ ਬਾਹਰੋਂ ਪੇਪਰ ਨਹੀਂ ਆਉਂਦਾ ਹੈਗਾ। ਹੁਣ ਤੁਹਾਨੂੰ ਇਹ ਪਤਾ ਹੋਵੇ ਕਿ ਤੁਹਾਨੂੰ 2 ਟਾਈਪ ਕਲੀਅਰ ਹੋ ਗਈਆਂ, ਕਿਹੜੀਆਂ? ਲਿਸਟ ਆਫ ਹੈਡਿੰਗ ਤੇ ਯੈਸ ਨੋ। ਪਿੱਛੇ ਰਹਿ ਗਿਆ 3 ਟਾਈਪ। ਜਦੋਂ ਮੈਂ 3 ਟਾਈਪ ਕਲੀਅਰ ਕਰਾ ਦੂੰਗਾ, ਫਿਰ ਜਿੱਥੋਂ ਮਰਜ਼ੀ ਪੇਪਰ ਆਵੇ, ਜਿਹੜੀ ਮਰਜ਼ੀ ਕੰਟਰੀ 'ਚ ਬੈਠੇ ਹੋ, ਤੁਹਾਡੀ ਜਿਹੜੀ ਮਰਜ਼ੀ ਕੁਆਲੀਫਿਕੇਸ਼ਨ ਹੈ, ਪੇਪਰ ਕਲੀਅਰ। ਥੈਂਕ ਯੂ ਵੈਰੀ ਮਚ, ਲੋਟਸ ਆਫ ਲਵ, ਟੇਕ ਕੇਅਰ। ਕੱਲ ਮਿਲਦੇ ਹਾਂ ਡਿਸਕਸ਼ਨ ਡੇ ਤੇ, ਬੜੀ ਵਧੀਆ ਨਵੀਂ ਤਿਆਰੀ ਕਰਕੇ ਲਿਆਉਂਗਾ, ਨਵੀਂ ਚੀਜ਼ ਤਿਆਰ ਕਰੂੰਗਾ। ਥੈਂਕ ਯੂ ਸੋ ਮਚ, ਟੇਕ ਕੇਅਰ, ਗੁੱਡ ਬਾਏ, ਥੈਂਕ ਯੂ, ਲੋਟਸ ਆਫ ਲਵ।